सतगुरां दी साजी निवाजी गुरु रूप प्यारी गुरु सवारी साध संगत जी। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਆਪੋ ਆਪਣੀਆਂ ਹਾਜ਼ਰੀਆਂ ਭਰ ਕੇ ਇਸ ਜਨਮ ਨੂੰ ਸਫਲਾ ਕਰਨ ਦੇ ਯਤਨ ਪਏ ਕਰਦੇ ਹਾਂ। ਗੁਰਬਾਣੀ ਮਨੁੱਖ ਨੂੰ ਹਰ ਇੱਕ ਪ੍ਰਕਾਰ ਦਾ ਸਿਧਾਂਤ ਬਖਸ਼ਿਸ਼ ਕਰਦੀ ਹੈ। ਜਿੱਥੇ ਜਨਮ ਦੀਆਂ ਬਾਤਾਂ ਦੁਨੀਆ ਪਾਉਂਦੀ ਹੈ, ਜਨਮ ਦੇ ਰਹਿੰਦਿਆਂ ਹੋਇਆਂ ਕਿ ਕੁਝ ਕਰਮ ਕਰਨੇ ਨੇ, ਗੁਰਬਾਣੀ ਸਿੱਖਿਆ ਬਖਸ਼ਦੀ ਹੈ। ਨਾਲ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕਿ ਸੰਸਾਰ ਦੇ ਵਿੱਚੋਂ ਮਰਨਾ ਕਿਵੇਂ ਹੈ, ਇਸ ਗੱਲ ਦੀ ਵੀ ਜਾਂਚ ਸਿਧਾਂਤ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਅਸੀਂ ਕਾਫੀ ਦਿਨਾਂ ਤੋਂ ਲੈ ਕੇ ਸਰਵਣ ਕਰਦੇ ਆ ਰਹੇ ਹਾਂ, ਔਰ ਇਸੇ ਇਤਿਹਾਸ ਦੇ ਵਿੱਚ ਇੱਕ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ। ਇਸ ਦੇ ਬਾਬਤ ਅਨੇਕਾਂ ਵਿਚਾਰਾਂ ਰੱਖਣ ਵਾਲੇ ਗੁਰਮੁਖ ਸੱਜਣ ਆਪੋ ਆਪਣੀ ਵਿਚਾਰਧਾਰਾ ਰੱਖਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹਨਾਂ ਦੇ ਉੱਪਰ ਮਹਾਨ ਬਖਸ਼ਿਸ਼ ਕੀਤੀ ਹੋਈ ਹੈ, ਜਿਨ੍ਹਾਂ ਤੋਂ ਇਹ ਸਾਰੇ ਦਾ ਸਾਰਾ ਇਲਾਕਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਫਤਿਹ ਕਰਵਾਇਆ ਸੀ। ਗੁਰੂ ਸਾਹਿਬ ਜੀ ਮਹਾਰਾਜ ਨੰਦੇੜ ਦੀ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ, ਉਸ ਤੋਂ ਪਹਿਲਾ ਨਾਮ ਲਕਸ਼ਮਣ ਦਾਸ ਸੀ, ਉਹਨਾਂ ਨੂੰ ਕਿਉਂ ਮਿਲਦੇ ਨੇ? ਇਤਿਹਾਸਕਾਰਾਂ ਦੇ ਸਰੋਤ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਜੌਰੀ ਪਿੰਡ ਸੀ, ਜਿਹਨੂੰ ਰਾਜਾਵੜੀ ਵੀ ਕਿਹਾ ਜਾਂਦਾ ਸੀ, ਜਿੱਥੇ ਇਹਨਾਂ ਦਾ ਜਨਮ ਹੋਇਆ ਸੀ। ਰਾਜਾਵੜੀ ਦੇ ਵਿੱਚ ਇੱਕ ਕਰਮ ਚੱਲਿਆ ਆ ਰਿਹਾ ਸੀ ਕਿ ਉੱਥੇ ਹਿੰਦੂ ਅਤੇ ਮਹਾਂਡਣ ਧਰਮ ਦੇ ਜਿਹੜੇ ਲੋਕ ਸਨ, ਇਹ ਆਪਸ ਵਿੱਚ ਦੀ ਬਿਲਕੁਲ ਵੀ ਵਿਤਕਰਾ ਨਹੀਂ ਕਰਦੇ ਸਨ। ਭਾਵੇਂ ਇੰਨਾ ਖੂਨ ਖਰਾਬਾ ਰਾਜਨੀਤੀ 'ਤੇ ਨਹੀਂ ਹੋਇਆ ਜਿੰਨਾ ਧਰਮ ਦੇ ਨਾਮ 'ਤੇ ਸਮਾਜ ਦੇ ਵਿੱਚ ਹੋਇਆ। ਇਤਿਹਾਸ ਦੇ ਵਿੱਚ ਕੋਈ ਤੱਤ ਐਸੇ ਮਿਲਦੇ ਨੇ ਕਿ ਰਾਜਾਵੜੀ ਦੇ ਵਿੱਚ ਹਿੰਦੂ ਅਤੇ ਮਹਾਂਡਣ ਧਰਮ ਦੇ ਲੋਕ ਬਿਲਕੁਲ ਬੜਾ ਮੇਲ ਮਿਲਾਪ ਸੀ, ਔਰ ਇੱਕ ਦੂਜੇ ਦੇ ਨਾਲ ਰਿਸ਼ਤੇਦਾਰੀਆਂ ਵੀ ਪਾ ਲੈਂਦੇ ਸਨ।
ਇਸ ਗੱਲ 'ਤੇ ਕੋਈ ਵਿਤਕਰਾ ਕਰਦਾ ਹੀ ਨਹੀਂ ਸੀ ਧਰਮ ਦੇ ਨਾਂ 'ਤੇ। ਔਰ ਜਦੋਂ ਜਹਾਂਗੀਰ ਬਾਦਸ਼ਾਹ ਦਾ ਰਾਜ ਆਇਆ ਅਤੇ ਜਹਾਂਗੀਰ ਬਾਦਸ਼ਾਹ ਨੇ ਇਹਨਾਂ ਨੂੰ ਖੇਰੋਂ ਖੇਰੋਂ ਕਰਤਾ ਸੀ। ਕੁਛ ਇਹਨੇ ਹਿੰਦੂ ਉੱਥੇ ਭੇਜੇ, ਕੁਛ ਮਹਾਂਡਣ ਧਰਮ ਦੇ ਲੋਕ ਭੇਜੇ। ਜਿਹੜੀ ਉਹਨਾਂ ਦੀ ਪਰੰਪਰਾ ਸੀ, ਉਹਨਾਂ ਦੀ ਮਰਿਆਦਾ ਸੀ, ਇਹ ਸਾਰੀ ਦੀ ਸਾਰੀ ਜਹਾਂਗੀਰ ਬਾਦਸ਼ਾਹ ਨੇ ਭੰਗ ਕਰਵਾਤੀ ਸੀ ਰਾਜਾ ਬੜੀ ਰਜੌਰੀ ਦੇ ਵਿੱਚ। ਉੱਥੋਂ ਦੇ ਇਹਨਾਂ ਦਾ ਜਨਮ ਹੋਇਆ ਔਰ ਇਹਨਾਂ ਦੇ ਵੱਡ ਵਡੇਰਿਆਂ ਦਾ ਸ਼ੌਂਕ ਸੀ ਸ਼ਿਕਾਰ ਖੇਡਣਾ। ਛੋਟੀ ਉਮਰ ਦੇ ਵਿੱਚ ਹੀ ਲਛਮਣ ਦਾਸ ਜੀ ਸ਼ਿਕਾਰ ਖੇਡਣ ਗਏ ਨੇ। ਸ਼ਿਕਾਰ ਖੇਡਣ ਗਏ, ਇਹਨਾਂ ਦੇ ਇੱਕ ਹਿਰਨ ਦੇ ਤੀਰ ਮਾਰਿਆ। ਮਿਰਗ ਨੂੰ ਜਦ ਕੋਈ ਮਾਰਦਾ ਤੇ ਜਾਂ ਤਾਂ ਉਹਦਾ ਮਾਸ ਖਾਣ ਵਾਸਤੇ ਅਤੇ ਜਾਂ ਮਿਰਗ ਦੇ ਇਸ ਵਾਸਤੇ ਉਹਨੂੰ ਪਕੜਿਆ ਜਾਂਦਾ ਹੈ ਘੋੜ ਸਵਾਰ ਕਰਕੇ, ਹੋਰ ਸਾਧਨ ਜਾਂ ਘੰਡੇ ਹੇੜੇ ਦੀ ਆਵਾਜ਼ ਦੇ ਨਾਲ, ਕਿ ਜਿਨ੍ਹਾਂ ਨੇ ਉਹ ਮਿਰਗ ਦੀ ਨਾਭੀ ਦੇ ਵਿੱਚੋਂ ਕਸਤੂਰੀ ਕੱਢਣੀ ਹੁੰਦੀ ਹੈ। ਉਹ ਘੰਡੇ ਹੇੜੇ ਦੀ ਆਵਾਜ਼ ਸਾਜ਼ ਦੀ ਵਜਾਉਂਦੇ ਨੇ ਅਤੇ ਘੰਡੇ ਹੇੜੇ ਦੀ ਆਵਾਜ਼ 'ਤੇ ਮਸਤ ਹੋ ਕੇ ਮਿਰਗ ਝਾੜ ਦੇ ਵਿੱਚੋਂ ਬਾਹਰ ਨਿਕਲ ਕੇ ਆ ਜਾਂਦਾ ਹੈ। ਸ਼ਿਕਾਰੀ ਉਸ ਨੂੰ ਪਕੜ ਲੈਂਦੇ ਨੇ। ਇਸ ਵਾਸਤੇ ਪਕੜਿਆ ਜਾਂਦਾ ਹੈ ਕਿ ਉਹਦੀ ਨਾਭੀ ਦੇ ਵਿੱਚੋਂ ਕਸਤੂਰੀ ਕੱਢੀ ਜਾਵੇ। ਸ਼ਿਕਾਰ ਖੇਡਣ ਵਾਸਤੇ ਗਏ ਅਤੇ ਇੱਕ ਹਿਰਨ ਦੇ ਇਹਨਾਂ ਨੇ ਤੀਰ ਮਾਰਿਆ ਅਤੇ ਹਿਰਨ ਡਿੱਗ ਪਿਆ। ਤਿੱਖੇ ਛੁਰੇ ਦੇ ਨਾਲ ਉਹਨੂੰ ਜਦ ਕੱਟਣਾ ਸ਼ੁਰੂ ਕੀਤਾ ਪਹਿਲੇ ਤੇ ਉਹ ਹਿਰਨ ਮਰ ਗਿਆ। ਹਿਰਨ ਮਾਦਾ ਸੀ, ਉਹਦੇ ਪੇਟ ਦੇ ਵਿੱਚ 2 ਬੱਚੇ ਸਨ ਅਤੇ ਉਹ ਬੱਚੇ ਜਦ ਇਹਨਾਂ ਨੇ ਲਛਮਣ ਦਾਸ ਨੇ ਦੇਖੇ ਨੇ, ਕੱਢੇ ਨੇ, ਉਹ ਤੜਫ ਤੜਫ ਕੇ ਇਹਨਾਂ ਦੇ ਹੱਥਾਂ ਦੇ ਵਿੱਚ ਦੋਨੇ ਬੱਚੇ ਮਰ ਗਏ। ਉੱਥੇ ਲਛਮਣ ਦਾਸ ਜੀਆਂ ਨੇ, ਜਿਹੜਾ ਇਹਨਾਂ ਦੇ ਕੋਲ ਤੀਰਾਂ ਵਾਲਾ ਭਲੱਥਾ ਸੀ ਅਤੇ ਤਿੱਖੀ ਕਟਾਰ ਸੀ, ਇਹ ਸਾਰਾ ਕੁਛ ਉੱਥੋਂ ਸੀ ਜਿਹੜਾ ਮਨ ਇਹਨਾਂ ਦਾ ਬੈਰਾਗ ਹੋ ਗਿਆ। ਮਨਾ ਇਹ ਤੂੰ ਕੀ ਕਰਮ ਕਰਦਾ ਫਿਰਦਾ ਹੈ? ਛੋਟੇ ਛੋਟੇ ਨਿਦਾਨ ਬੱਚੇ, ਹਜੇ ਤੱਕ ਉਹਨਾਂ ਨੇ ਜਨਮ ਨਹੀਂ ਲੈਤਾ ਸੀ, ਤੂੰ ਤੇ ਪਹਿਲੇ ਹੀ ਮਾਰ ਦਿੱਤੇ। ਇੱਥੋਂ ਉਹਨਾਂ ਦਾ ਜਿਹੜਾ ਮਨ ਸੀ ਬਦਲ ਗਿਆ। ਤਾਂ ਉਹਨਾਂ ਨੇ ਆਪਣੀ ਕਟਾਰ, ਤਲਵਾਰ ਅਤੇ ਤੀਰ ਸੀ ਜਿਹੜੇ ਭਲੱਥੇ ਸਮੇਤ, ਉਹ ਸਾਰੇ ਦੇ ਸਾਰੇ ਨਦੀ ਵਿੱਚ ਸੁੱਟ ਦਿੱਤੇ। ਅੱਜ ਤੱਕ ਵੀ ਉਸ ਨਦੀ ਦਾ ਨਾਮ ਹਿਰਨ ਨਦੀ ਵੱਜਦਾ ਹੈ, ਅੱਜ ਤੱਕ ਵੀ। ਘਰ ਦੇ ਵਿੱਚ ਆਏ ਜਦ ਵਾਪਸ, ਮਾਂ ਨੇ ਦੇਖਿਆ ਕਿ 2-4 ਦਿਨ ਲਗਾਤਾਰ ਬੱਚਾ ਚੁੱਪ ਹੈ, ਕੁਛ ਬੋਲ ਨਹੀਂ ਰਿਹਾ। ਪੁਰਾਤਨ ਸਮਿਆਂ ਦੇ ਲੋਕ ਜਦ ਕੋਈ ਐਸਾ ਕਰਮ ਹੁੰਦਾ ਸੀ ਤੇ ਅਕਸਰ ਬੱਚਿਆਂ ਨੂੰ ਧਾਰਮਿਕ ਅਸਥਾਨਾਂ 'ਤੇ ਲੈ ਜਾਂਦੇ ਸਨ। ਸਾਧੂਆਂ ਦੇ ਕੋਲ, ਮਹਾਤਮਾ ਦੇ ਕੋਲ, ਫਕੀਰਾਂ ਦੇ ਕੋਲ। ਅਤੇ ਸਾਧੂ ਜਿਹੜੇ ਮਹਾਤਮਾ ਤੱਤਵੇਤੇ ਹੁੰਦੇ ਸਨ, ਮਹਾਂਪੁਰਖ, ਉਹ ਅਕਸਰ ਮਨੁੱਖ ਦਾ ਜੀਵਨ ਨੂੰ ਸੀ ਜਿਹੜਾ ਬਦਲ ਕੇ ਰੱਖ ਦਿੰਦੇ ਸਨ। ਅੱਜ ਤੱਕ ਵੀ ਦੁਨੀਆ ਸਾਧੂਆਂ ਦੇ ਚਰਨਾਂ ਨੂੰ ਸਜਦਾ ਕਰਦੀ ਹੈ। ਲਛਮਣ ਦਾਸ ਨੂੰ ਇਹਨਾਂ ਦੀ ਮਾਤਾ
ਜਾਨਕੀ ਪ੍ਰਸਾਦ ਦੇ ਕੋਲ ਲੈ ਗਈ ਹੈ। ਮਹਾਤਮਾ ਜੀ, ਸਾਡਾ ਜਿਹੜਾ ਇਹ ਬੱਚਾ ਹੈ 4-5 ਦਿਨ ਹੋ ਗਏ ਕੁਛ ਖਾਂਦਾ ਪੀਂਦਾ ਨਹੀਂ ਹੈ, ਬੋਲਦਾ ਵੀ ਕੁਝ ਨਹੀਂ ਹੈ, ਦੱਸਦਾ ਵੀ ਕੁਝ ਨਹੀਂ ਹੈ, ਦੁੱਖ ਵੀ ਕੁਝ ਨਹੀਂ ਦੱਸ ਰਿਹਾ। ਸਾਨੂੰ ਨਹੀਂ ਪਤਾ ਕਿ ਇਹਨਾਂ ਨੂੰ ਕੀ ਹੋਇਆ, ਆਪ ਜੀ ਤੁਸੀਂ ਕਿਰਪਾ ਕਰੋ। ਜਾਨਕੀ ਪ੍ਰਸਾਦ ਜੀ ਕਹਿਣ ਲੱਗੇ, ਕਹਿੰਦੇ ਠੀਕ ਹੈ, ਜੇ ਤੁਸੀਂ ਆਏ ਹੋ ਤਾਂ ਤੁਹਾਡਾ ਇਹ ਬੱਚਾ ਠੀਕ ਹੋ ਜਾਵੇਗਾ, ਪਰ ਇਸ ਬੱਚੇ ਨੂੰ ਤੁਸੀਂ ਇੱਥੇ ਸਾਡੇ ਕੋਲ ਹੀ ਧਾਰਮਿਕ ਸਥਾਨ 'ਤੇ ਛੱਡ ਜਾਓ। ਜਾਨਕੀ ਪ੍ਰਸਾਦ ਜੀ ਕਹਿਣ ਲੱਗੇ, ਅਤੇ ਸਾਧੂਆਂ ਦਾ ਬਚਨ ਕੋਈ ਟਾਲਦਾ ਨਹੀਂ ਸੀ। ਉਸਦੇ ਮਾਤਾ ਜੀ ਕਹਿਣ ਲੱਗੇ, ਠੀਕ ਹੈ ਕਿ ਜੋ ਤੁਸੀਂ ਬਚਨ ਕੀਤਾ ਤੁਹਾਡਾ ਬਚਨ ਸੱਤ ਹੈ। ਲਛਮਣ ਦਾਸ ਜੀਆਂ ਨੂੰ ਜਾਨਕੀ ਪ੍ਰਸਾਦ ਦੇ ਵਿੱਚ ਡੇਰੇ ਦੇ ਵਿੱਚ ਛੱਡ ਦਿੱਤਾ ਉਹਨਾਂ ਨੇ। ਪੁਰਾਤਨ ਸਮਿਆਂ ਦਾ ਸਰੋਤ ਸੀ ਕਿ ਅਖਾੜੇ ਲੱਗਦੇ ਸਨ। ਅਖਾੜੇ ਦੇ ਵਿੱਚ ਬੈਰਾਗੀ ਅਤੇ ਉਦਾਸੀ ਸੀ ਜਿਹੜੇ, ਇਹ ਸਭ ਦੇ ਸਭ ਇਕੱਠੇ ਹੁੰਦੇ ਸਨ। ਸਾਰੇ ਦੇ ਸਾਰੇ ਇਕੱਠੇ ਹੁੰਦੇ ਸਨ ਅਤੇ ਇਕੱਠੇ ਹੋ ਕੇ ਸੀ ਜਿਹੜਾ ਉੱਥੇ ਇਤਿਹਾਸਾਂ ਦਾ, ਰੱਬ ਦੇ ਘਰ ਦਾ ਮੰਥਨ ਕੀਤਾ ਜਾਂਦਾ ਸੀ। ਭਾਵ ਕਿ ਉਹਨਾਂ ਦੀ ਵਿਚਾਰਧਾਰਾ ਸੀ ਜਿਹੜੀ ਉਹ ਮੁੱਖ ਰੱਖੀ ਜਾਂਦੀ ਸੀ। ਜਿਹੜੇ ਡੇਰਿਆਂ ਦੇ ਮੁਖੀ ਹੁੰਦੇ ਸਨ ਉਹ ਆਪੋ ਆਪਣੀ ਜਗ੍ਹਾ 'ਤੇ ਬਹਿ ਕੇ ਵਿਚਾਰਧਾਰਾ ਕਰਦੇ, ਜਿਹੜੇ ਉਹਨਾਂ ਦੇ ਚੇਲੇ ਹੁੰਦੇ ਸਨ ਉਹ ਆਪੋ ਆਪਣੀ ਜਗ੍ਹਾ 'ਤੇ ਬੈਠ ਕੇ ਵਿਚਾਰਧਾਰਾ ਕਰਦੇ। ਵੈਰਾਗੀਆਂ ਦੇ ਅਤੇ ਉਦਾਸੀਆਂ ਦੇ ਪੁਰਾਤਨ ਸਮੇਂ ਤੋਂ ਲੈ ਕੇ ਇੰਝ ਇਹ ਪਰਮਾਤਮਾ ਦੇ ਨਾਮ ਨੂੰ ਸੀ ਜਿਹੜਾ ਸਿਮਰਨ ਬੰਦਗੀ ਦੇ ਵਿੱਚ ਜੋੜ ਲੈਂਦੇ ਸਨ ਸਭ ਨੂੰ, ਜਿਨ੍ਹਾਂ ਨੂੰ ਅਖਾੜੇ ਕਿਹਾ ਜਾਂਦਾ ਸੀ। ਉਹਦੇ ਵਿੱਚ ਇਕੱਠੇ ਹੋਣਾ ਅਖਾੜਿਆਂ ਦੇ ਵਿੱਚ ਅਤੇ ਰੱਬ ਦੇ ਘਰ ਦੀਆਂ ਗੱਲਾਂ ਕਰਨੀਆਂ ਇਕੱਠੇ ਹੋ ਕੇ। ਅਤੇ ਰੱਬ ਦੇ ਘਰ ਦੀਆਂ ਜਿਹੜੀਆਂ ਅਸਲੀਅਤ ਗੱਲਾਂ ਸੀ ਉਹਨਾਂ ਦਾ ਮੰਥਨ ਕਰਨਾ। ਇਕੱਠੇ ਤੇ ਸਾਧੂ ਵੀ ਹੁੰਦੇ ਸਨ ਅਤੇ ਇਕੱਠੇ ਅੱਜ ਕੱਲ੍ਹ ਦੁਨੀਆ ਦਾ ਬਹੁਤ ਵੱਡਾ ਇਕੱਠ ਵੀ ਹੁੰਦਾ ਹੈ ਹਰ ਇੱਕ ਜਗ੍ਹਾ 'ਤੇ। ਪਰ ਗਜਬ ਦੀ ਗੱਲ ਹੈ ਕਿ ਦੁਨੀਆ ਪਰਮਾਤਮਾ ਦੇ ਘਰ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਕਰਕੇ ਆਪਣੀਆਂ ਗੱਲਾਂ ਕਰਦੇ ਰਹਿੰਦੇ ਨੇ, ਰੱਬ ਦੇ ਘਰ ਦੀ ਕੋਈ ਗੱਲ ਹੀ ਨਹੀਂ ਕਰਦਾ। ਅਖਾੜੇ ਦੇ ਵਿੱਚ ਉਦਾਸੀ ਅਤੇ ਵੈਰਾਗੀ ਸਾਧੂ ਇਕੱਠੇ ਹੋਏ ਨੇ। ਰਾਮ ਮੰਥਨ ਜੀ ਵੀ ਔਰ ਸਮਰੱਥ ਗੁਰੂ ਰਾਮਦਾਸ ਜੀ ਉਦਾਸੀਆਂ ਦੇ ਵੱਡ ਵਡੇਰੇ। ਬੈਰਾਗੀਆਂ ਦੇ ਰਾਮ ਮੰਥਨ ਜੀ, ਸਮਰੱਥ ਗੁਰੂ ਰਾਮਦਾਸ ਜੀ ਉਦਾਸੀਆਂ ਦੇ। ਇਹ ਦੋਨਾਂ ਦੇ ਆਪਸ ਵਿੱਚ ਦੀ ਵਿਚਾਰਧਾਰਾ ਹੋਈ ਹੈ। ਰੱਬ ਦੇ ਘਰ ਦੀ ਵਿਚਾਰਧਾਰਾ ਬੜੀ ਡੂੰਘੀ ਵਿਚਾਰਧਾਰਾ ਆਪੋ ਆਪਣੀ ਰੱਖੀ ਹੈ। ਔਰ ਇਹਨਾਂ ਦੀ ਵਿਚਾਰਧਾਰਾ ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਵਿਚਾਰਧਾਰਾ ਸੁਣਨ ਵਾਸਤੇ ਬੈਠੇ ਸਨ ਲਛਮਣ ਦਾਸ ਜੀ। ਉਹ ਬੈਠੇ ਸਨ ਵਿਚਾਰੇ। ਇਹਨਾਂ ਦੀ ਵਿਚਾਰਧਾਰਾ ਦੇ ਵਿੱਚ ਜਿਹੜੇ ਰਾਮ ਮੰਥਨ ਜੀ ਸਨ ਉਹ ਹਾਰ ਗਏ ਨੇ, ਉਦਾਸੀਆਂ ਦੇ ਗੁਰੂ ਜਿੱਤ ਗਏ ਨੇ ਵਿਚਾਰਧਾਰਾ ਦੇ ਵਿੱਚ। ਜਿਹੜੇ ਸਮਰੱਥ ਗੁਰੂ ਜੀ ਸਨ ਰਾਮਦਾਸ ਜੀ ਉਹ ਜਿੱਤ ਗਏ ਨੇ। ਇਹਨਾਂ ਦੀ ਜਿੱਤ ਦੇ ਪਿੱਛੇ ਵੀ ਇੱਕ ਕਾਰਨ ਛੁਪਿਆ ਹੋਇਆ ਸੀ। ਇਤਿਹਾਸ ਦੀ ਜਦੋਂ ਕੋਈ ਪੜਚੋਲ ਕਰਦਾ ਹੈ ਕੁਛ ਹੋਰ ਨਿਕਲਦਾ ਹੈ, ਤੇ ਦੁਨੀਆ ਕਿਸੇ ਹੋਰ ਗੱਲ ਪਿੱਛੇ ਲੜਦੀ ਫਿਰਦੀ ਹੈ। ਇਸੇ ਕਰਕੇ ਬਿਹਤਰ ਹੈ ਕਿ ਆਪਣੀ ਜ਼ਿੰਦਗੀ ਦੇ ਨਾਲ ਕਿਸੇ ਦੇ ਲੜਨ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਨਿਦਾਨ ਖਜ਼ਾਨਾ ਤੇ ਇਤਿਹਾਸ ਦਾ ਪਰਮਾਤਮਾ ਨੇ ਸਾਨੂੰ ਬਖਸ਼ਿਆ ਉਹਦੀ ਪੜਚੋਲ ਕੀਤੀ ਜਾਵੇ। ਇਹ ਵੀ ਜਦ ਜਿਹੜੇ ਉਦਾਸੀਆਂ ਦੇ ਗੁਰੂ ਸਨ ਰਾਮਦਾਸ ਜੀ,
ਇਹਨਾਂ ਦੀ ਜਿੱਤ ਦੇ ਪਿੱਛੇ ਕਾਰਨ ਛੁਪਿਆ ਹੋਇਆ ਸੀ। ਕੀ ਕਾਰਨ ਸੀ ਕਿ ਜਦੋਂ ਯੂਪੀ ਤੋਂ ਨਾਨਕ ਮੱਤੇ ਤੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਪਸ ਆ ਰਹੇ ਨੇ ਨਾ, ਗੜਵਾਲ ਪਿੰਡ ਦੇ ਵਿੱਚ ਇਹਨਾਂ ਨੇ ਉਦਾਸੀਆਂ ਦੇ ਗੁਰੂ ਰਾਮਦਾਸ ਜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਫੌਜ ਨੂੰ ਤੱਕਿਆ ਅਤੇ ਚੇਲੇ ਨੂੰ ਭੇਜ ਕੇ ਇਹਨਾਂ ਨੇ ਪੁੱਛਿਆ, ਕਹਿਣ ਲੱਗੇ ਇਹਨਾਂ ਨੂੰ ਦੇਖੋ ਕਿ ਕੌਣ ਨੇ। ਚੇਲੇ ਨੇ ਜਦ ਦੱਸਿਆ ਤੇ ਚੇਲੇ ਨੂੰ ਪਤਾ ਲੱਗਿਆ, ਉਹਨੇ ਜਾ ਕੇ ਗੁਰੂ ਨੂੰ ਦੱਸਿਆ ਜੀ, ਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਇਹ ਇਹਨਾਂ ਦੇ ਨਾਲ ਫੌਜਾਂ ਨੇ, ਸ਼ਸਤਰਧਾਰੀ ਨੇ। ਫਿਰ ਉੱਥੇ ਜਿਹੜਾ ਸੀ ਗੜਵਾਲ ਪਿੰਡ ਦੇ ਵਿੱਚ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਉਦਾਸੀਆਂ ਦੇ ਗੁਰੂ ਮਿਲੇ ਨੇ, ਸਮਰੱਥ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਮ ਸੀ। ਤੋ ਇਹਨਾਂ ਨੇ ਸਵਾਲ ਕੀਤਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ, ਕਹਿਣ ਲੱਗੇ ਜੀ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਸੰਸਾਰ ਦੇ ਤਿਆਗੀ ਸਨ, ਤੁਸੀਂ ਸ਼ਸਤਰ ਕਿਉਂ ਪਹਿਨੇ ਹੋਏ ਨੇ? ਤੋ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਗੁਰੂ ਜੀ, ਐ ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਤਿਆਗ ਕੀਤਾ ਸੀ, ਸੰਸਾਰ ਦਾ ਤਿਆਗ ਨਹੀਂ ਕੀਤਾ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਤਿਆਗ ਕੀਤਾ ਸੀ, ਸੰਸਾਰ ਦਾ ਤਿਆਗ ਨਹੀਂ ਕੀਤਾ ਸੀ। ਪਹਿਲਾ ਸਵਾਲ ਸੀ ਉਹਨਾਂ ਦਾ। ਤੋ ਜਦ ਪਹਿਲਾ ਸਵਾਲ ਕੀਤਾ ਇਹਨਾਂ ਨੇ ਤੇ ਉੱਥੇ ਸਮਰੱਥ ਗੁਰੂ ਰਾਮਦਾਸ ਜੀਆਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਚਰਚਾ ਹੋਈ ਹੈ ਉਸ ਪਿੰਡ ਦੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਚਰਚਾ ਹੁੰਦੀ ਹੈ ਸਮਰੱਥ ਗੁਰੂ ਰਾਮਦਾਸ ਜੀਆਂ ਦੇ ਨਾਲ। ਇੱਧਰੋਂ ਜਿਹੜੇ ਰਾਮ ਮੰਥਨ ਜੀ ਸਨ, ਜਿਨ੍ਹਾਂ ਦੇ ਕੋਲ ਪਹਿਲਾਂ ਬਾਬਾ ਲਕਸ਼ਮਣ ਦਾਸ ਜੀਆਂ ਨੂੰ ਛੱਡਿਆ ਗਿਆ ਸੀ, ਰਾਮ ਮੰਥਨ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਜਿਹੜੀ ਮਾਸੀ ਸੀ ਲੱਖੋ, ਇਹ ਉਹਨਾਂ ਦੇ ਸੁਪੁੱਤਰ ਨੇ। ਜਿਹੜੇ ਰਾਮ ਮੰਥਨ ਜੀ ਸਨ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਮਾਸੀ ਲੱਖੋ ਦੇ ਪੁੱਤਰ ਸਨ। ਤੋ ਇਤਿਹਾਸ ਦੇ ਵਿੱਚ ਬੜੇ ਸਰੋਤ ਐਸੇ ਮਿਲ ਜਾਂਦੇ ਨੇ ਕਿ ਜਿਹੜੇ ਸਰੋਤਾਂ ਦੀ ਖਾਤਰ ਮਨੁੱਖ ਬੜਾ ਅਣਜਾਣ ਹੁੰਦਾ ਹੈ, ਤੇ ਜਦੋਂ ਸਰੋਤਾਂ ਨੂੰ ਪੜ੍ਹ ਲੈਂਦਾ ਤੇ ਬੜਾ ਉਸ ਦੇ ਕੋਲ ਜਾਣਕਾਰੀ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਉਦਾਸੀਆਂ ਦੇ ਗੁਰੂ ਮਿਲਦੇ ਹਨ ਅਤੇ ਬੈਰਾਗੀਆਂ ਦੇ ਜਿਹੜੇ ਰਾਮ ਮੰਥਨ ਜੀ ਨੇ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਵਿਚਾਰਧਾਰਾ ਇਹਨਾਂ ਦੇ ਕੋਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਇਹਨਾਂ ਦੇ ਨਾਲ ਸਵਾਲ ਜਵਾਬ ਹੋਏ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਸਦਕਾ ਇਹਨਾਂ ਦੇ ਕੋਲ ਵਿੱਦਿਆ ਸੀ ਜਿਹੜੀ ਕਾਫੀ ਸੀ, ਜਿਹੜੀ ਵਿੱਦਿਆ ਸਦਕਾ ਇਹ ਰਾਮ ਮੰਥਨ ਜੀਆਂ ਤੋਂ ਅਖਾੜੇ ਦੇ ਵਿੱਚ ਜਿੱਤ ਗਏ ਸਨ। ਇਹਨੂੰ ਜਿੱਤ ਹਾਸਲ ਗੁਰੂ ਦੇ ਘਰ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਜਿੱਤ ਹਾਸਲ ਜਿਹੜੀ ਜਿਨ੍ਹਾਂ ਨੇ ਕੀਤੀ ਹੋਈ ਹੈ। ਦੂਸਰਾ ਉਹਨਾਂ ਦਾ ਸਵਾਲ ਸੀ ਕਿ ਮਹਾਰਾਜ ਤੁਸੀਂ ਸ਼ਸਤਰ ਕਿਉਂ ਰੱਖੇ ਨੇ, ਘੋੜ ਸਵਾਰੇ ਨੇ ਕਿਉਂ ਰੱਖੇ ਨੇ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਇਹ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਸ਼ਸਤਰ ਨਹੀਂ ਰੱਖੇ ਹੋਏ, ਆਪਣੀ ਹਿਫਾਜ਼ਤ ਵਾਸਤੇ ਰੱਖੇ ਨੇ, ਗਊ ਗਰੀਬ ਦੀ ਰੱਖਿਆ ਵਾਸਤੇ ਅਸੀਂ ਸ਼ਸਤਰ ਰੱਖੇ ਨੇ। ਤੋ ਕਾਫੀ ਜਿਹੜੀ ਵਿਚਾਰਧਾਰਾ ਸੀਗੀ ਇਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਉਹਨਾਂ ਦੀ ਹੋਈ ਹੈ। 1690 ਦੇ ਵਿੱਚ
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਨ, ਉਦੋਂ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਕਿ ਉਦੋਂ ਵੀ ਇੱਕ ਸਾਧੂਆਂ ਦਾ ਟੋਲਾ, ਜਿਹੜੇ ਬੈਰਾਗੀ ਸਾਧੂ ਸਨ, ਉਹਨਾਂ ਦਾ ਟੋਲਾ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਕੋਲ ਆਇਆ ਸੀ, ਜਿਨ੍ਹਾਂ ਦਾ ਮੁਖੀ ਸੀ ਮਾਧੋ ਦਾਸ। ਤੀਰ ਅੰਦਾਜ਼ੀ ਦੇ ਵਿੱਚ ਇਹ ਪਹਿਲਾਂ ਤੋਂ ਹੀ ਲੈ ਕੇ ਬੜੇ ਮਾਹਰ ਸਨ, ਕਿਉਂਕਿ ਇਹਨਾਂ ਦੇ ਵੱਡ ਵਡੇਰਿਆਂ ਨੇ ਸ਼ਿਕਾਰ ਕਰਨਾ ਤੇ ਇਹੋ ਜਿਹੀ ਸਿੱਖਿਆ ਦੇ ਦਿੱਤੀ ਸੀ। ਤੀਰ ਅੰਦਾਜ਼ੀ ਦੇ ਮਾਹਰ ਸਨ ਇਹਨਾਂ ਦੇ ਮੁਖੀਆ। ਇਹ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਮਿਲੇ ਸਨ, ਕਿਉਂਕਿ ਕਾਫੀ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਤੇ ਕਾਫੀ ਇਤਿਹਾਸਕਾਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਰਾਇਣ ਦੇ ਅਸਥਾਨ 'ਤੇ ਹੁੰਦੇ ਹੋਏ ਦਾਦੂ ਰਾਮ ਦੀ ਜੋ ਉੱਥੇ ਕਬਰ 'ਤੇ ਘਟਨਾ ਵਾਪਰੀ ਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਕਿਹਾ ਗਿਆ, ਕਹਿਣ ਲੱਗੇ ਮਹਾਰਾਜ ਤੁਸੀਂ ਇਸ ਤੋਂ ਅਗਾਹਾਂ ਨਾ ਜਾਓ। ਕਾਰਨ ਕਹਿੰਦੇ ਮਹਾਰਾਜ ਇੱਥੇ ਇੱਕ ਸਾਧੂ ਰਹਿੰਦਾ ਹੈ ਜਿਹੜਾ ਕੋਈ ਬਹੁਤਾ ਮਾਣ ਸਤਿਕਾਰ ਕਿਸੇ ਦਾ ਨਹੀਂ ਕਰਦਾ। ਇਹ ਗੱਲ ਜੈਤ ਰਾਮ ਜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹੀ ਸੀ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨਹੀਂ ਜੈਤ ਰਾਮ, ਉੱਥੇ ਤੇ ਜਾਵਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਹੁਣ ਜਿਹੜੇ ਮਨੁੱਖ ਬੈਰਾਗੀ ਸਾਧੂ ਅਤੇ ਉਦਾਸੀਨ ਸਾਧੂ ਹਜੇ ਤੱਕ ਵੀ ਅਖਾੜਿਆਂ ਦੇ, ਜਦੋਂ ਸਾਧੂਆਂ ਦੇ ਅਖਾੜੇ ਲੱਗਦੇ ਨੇ ਨਾ, ਹਜੇ ਤੱਕ ਵੀ ਉਹਨਾਂ ਦੇ ਮੁਖੀਆ ਬੈਠ ਬੈਠ ਕੇ ਪਰਮਾਤਮਾ ਦੇ, ਰੱਬ ਦੇ ਘਰ ਦੀਆਂ ਗੱਲਾਂ ਕਰ ਕਰਕੇ ਉਹਨਾਂ ਦਾ ਮੰਥਨ ਕਰਦੇ ਨੇ। ਕੀ ਕੁਝ ਹੋਇਆ, ਕਿੰਨੇ ਟਾਈਮ ਤੇ ਹੋਇਆ, ਕਿੰਨੇ ਸੰਨ ਦੇ ਵਿੱਚ ਹੋਇਆ, ਕਿਹੜੇ ਥਿੱਤਵਾਰ ਦੇ ਵਿੱਚ ਹੋਇਆ, ਇਹ ਸਾਰੇ ਦਾ ਸਾਰਾ ਮੰਥਨ ਹਜੇ ਤੱਕ ਵੀ ਕਰਦੇ ਨੇ। ਗਜਬ ਦੀ ਗੱਲ ਹੈ ਕਿ ਸਾਡੇ ਵਾਲੇ ਜਦ ਇਕੱਠੇ ਹੁੰਦੇ ਨੇ, ਇਹ ਕੋਈ ਕਿਸੇ ਪ੍ਰਕਾਰ ਦਾ ਮੰਥਨ ਨਹੀਂ ਕਰਦੇ, ਬਸ ਸਾਰੇ ਇਕੱਠੇ ਹੋਏ 2 4 10 20 ਮਿੰਟ 50 ਮਿੰਟ ਮਹਾਰਾਜ ਦੇ ਚਰਨਾਂ ਵਿੱਚ ਬੈਠੇ, ਸਭ ਨੇ ਭੋਜਨ ਪਾਣੀ ਛਕਿਆ, ਢਿੱਡ ਭਰ ਕੇ ਘਰਾਂ ਨੂੰ ਚਲੇ ਗਏ। ਮਾਫ ਕਰਨਾ, ਇਹ ਜਿਹੜੇ ਪੁਰਾਤਨ ਸਮਿਆਂ ਦਾ ਜਿਹੜੇ ਸਰੋਤ ਮਿਲਦੇ ਨੇ ਇਤਿਹਾਸ ਦੇ ਵਿੱਚ ਕਿ ਧਾਰਮਿਕ ਸਥਾਨ 'ਤੇ ਇਕੱਠੇ ਹੋਣਾ। ਪੁਰਾਤਨ ਸਮਿਆਂ ਵਿੱਚ ਅਖਾੜੇ ਕਹਿ ਦਿੰਦੇ ਸਨ ਸਾਧੂ, ਕਿਉਂਕਿ ਬਹੁਤ ਲੰਮਾ ਟਾਈਮ ਸੀ ਜਿਹੜੇ ਗੁਰੂ ਘਰ ਨੇ, ਇਹ ਬਹੁਤ ਲੰਮਾ ਟਾਈਮ ਵੀ ਇਹ ਬੈਰਾਗੀਆਂ ਅਤੇ ਉਦਾਸੀਆਂ ਨੇ ਸਾਂਭ ਸੰਭਾਲ ਗੁਰੂ ਘਰਾਂ ਦੀ ਕੀਤੀ ਹੈ। ਪੁਰਾਤਨ ਸਮੇਂ ਦੇ ਵਿੱਚ ਕਾਫੀ ਲੰਮੇ ਟਾਈਮ ਤੱਕ। ਤੋ ਉਸ ਵਕਤ ਵੀ ਜਿਹੜਾ ਉਹਨਾਂ ਦਾ ਮੰਥਨ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਸੀ ਕਿ ਜੇ ਕਿਸੇ ਨੇ ਘਰੇ ਲਿਜਾ ਕੇ ਸਾਧੂ ਨੂੰ ਭੋਜਨ ਛਕਾਉਣਾ ਹੈ ਧਾਰਮਿਕ ਸਥਾਨ ਤੋਂ, ਤੇ ਉਹਨੂੰ ਘਰ ਵਾਲੇ ਨੂੰ ਕਹਿੰਦੇ ਸਨ ਕਿ ਤੂੰ ਇੱਕ ਸਪੁੱਤਰ ਆਪਣਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਦੇ, ਅਸੀਂ ਤੇਰੇ ਘਰੇ ਬਾਅਦ ਵਿੱਚ ਭੋਜਨ ਪਾਣੀ ਛਕਣ ਵਾਸਤੇ ਆਵਾਂਗੇ। ਫਿਰ ਉਹ ਜਿਹੜੇ ਉਹਨਾਂ ਦੇ ਘਰੇ ਪੁੱਤਰ ਹੁੰਦੇ ਸਨ ਜਾਂ ਪੁੱਤਰੀ ਹੁੰਦੀ, ਉਹਨਾਂ ਦੇ ਕੇਸ ਰਖਵਾਉਂਦੇ, ਫਿਰ ਜਾ ਕੇ ਉਹਨਾਂ ਦੇ ਭੋਜਨ ਪਾਣੀ ਛਕਣ ਜਾਂਦੇ ਸਨ ਪੁਰਾਤਨ ਸਮਿਆਂ ਦੇ ਵਿੱਚ। ਤੋ ਜਿਹੜੇ ਬੈਰਾਗ
ਅਤੇ ਉਦਾਸੀ ਮਤ ਦੇ ਸਾਧੂ ਨੇ ਇਹ ਜਦ ਵੀ ਕਿਤੇ ਇਕੱਠੇ ਹੁੰਦੇ ਸਨ ਅਖਾੜਿਆਂ ਦੇ ਵਿੱਚ, ਤੇ ਉੱਥੇ ਰੱਬ ਦੇ ਘਰ ਦੇ ਨਾਮ ਦੀਆਂ ਮੰਥਨ ਕਰਦੇ ਸਨ। ਇਕੱਠ ਇਸੇ ਕਰਕੇ ਪਰਮਾਤਮਾ ਦੇ ਘਰ ਦੇ ਵਿੱਚ ਸੀ, ਜਿਹੜਾ ਲੰਮੇ ਟਾਈਮ ਤੋਂ ਲੈ ਕੇ ਅਖਾੜੇ ਕਹਿ ਲਓ, ਇਕੱਠ ਕਹਿ ਲਓ, ਕੀਤਾ ਜਾਂਦਾ ਸੀ ਕਿ ਰੱਬ ਦੇ ਘਰ ਦੀਆਂ ਗੱਲਾਂ ਨੂੰ ਵਾਚਿਆ ਜਾਵੇ। ਪਰ ਗਜਬ ਦੀ ਗੱਲ ਹੈ ਕਿ ਮਨੁੱਖ ਨੇ ਜਿੱਥੇ ਬੈਠ ਕੇ ਮੰਥਨ ਕਰਕੇ ਰੱਬ ਦੇ ਘਰ ਦੀਆਂ ਗੱਲਾਂ ਵਾਚਣੀਆਂ ਸੀ, ਇਹ ਉਸੇ ਜਗ੍ਹਾ 'ਤੇ ਈਰਖਾ, ਦਵੈਸ਼, ਅਨੇਕਾਂ ਪ੍ਰਕਾਰ ਦੀ ਅਗਨ ਲੈ ਕੇ ਬੈਠਾ ਰਹਿੰਦਾ ਹੈ। ਇਹਨੂੰ ਤੇ ਇਸ ਬਾਰੇ ਕੁਝ ਵੀ ਗਿਆਨ ਨਹੀਂ ਹੈ ਕਿ ਗੁਰਬਾਣੀ ਇਸ ਬਾਰੇ ਕੀ ਕਹਿ ਰਹੀ ਹੈ। ਤੋ ਜਿਹੜਾ ਬੈਰਾਗੀ ਸਾਧੂ ਅਤੇ ਉਦਾਸੀ ਸਾਧੂ ਨੇ, ਇਹਨਾਂ ਦੇ ਵਿੱਚ ਇਹ ਵੀ ਇਹਨਾਂ ਦੇ ਵਿਚਾਰਧਾਰਾ ਗੁਰੂ ਨਾਨਕ ਦੇ ਘਰ ਦੇ ਨਾਲ ਨਾਲ ਚੱਲੀ ਹੈ। ਕਿਉਂਕਿ ਬਹੁਤ ਸਾਰਿਆਂ ਦੇ ਇਹ ਵਿਚਾਰ ਹੈ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ ਇਹ ਹਿੰਦੂ ਸੀ, ਤੇ ਹਿੰਦੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਸਾਥ ਦਿੱਤਾ ਹੈ। ਇਹ ਮੈਂ ਥੋੜ੍ਹੀ ਜਿਹੀ ਵਿਚਾਰਧਾਰਾ ਸੰਗਤਾਂ ਦੇ ਸਾਹਮਣੇ ਤਾਂ ਰੱਖੀ ਹੈ ਤਾਂ ਕਿ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦੇੜ ਤੋਂ ਤੋਰਨਾ, ਉਹ ਤੇ ਸਾਰੇ ਇਤਿਹਾਸ ਬਾਰੇ ਅਸੀਂ ਤਕਰੀਬਨ ਜਾਣੂ ਹਾਂ। ਪਰ ਥੋੜ੍ਹਾ ਜਿਹਾ ਇਹਨਾਂ ਦਾ ਪਿਛੋਕੜ ਜੀਵਨ ਦੀ ਪੜਚੋਲ ਇਸ ਕਰਕੇ ਕੀਤੀ ਹੈ ਤਾਂ ਕਿ ਸਾਡੇ ਜਿਹੜਾ ਸਾਹਮਣੇ ਹੈ ਅਸਲੀਅਤ ਹੈ ਉਹ ਸਾਡੀ ਝੋਲੀ ਦੇ ਵਿੱਚ ਪੈ ਜਾਵੇ। ਕਿਤੇ ਨਾ ਕਿਤੇ ਅਸੀਂ ਧਾਰਮਿਕ ਅਸਥਾਨਾਂ ਦੀ ਬਾਬਤ ਕੋਈ ਈਰਖਾ ਦਵੈਸ਼ ਤੇ ਨਹੀਂ ਰੱਖ ਰਹੇ ਕਿ ਕੋਈ ਗੁਰਦੁਆਰੇ ਆਉਂਦਾ ਤੇ ਬੈਰਾਗੀਆਂ ਦੇ ਨਾਲ ਈਰਖਾ ਕਰਦਾ ਹੋਵੇ, ਬੈਰਾਗੀਆਂ ਦੇ ਕੋਲ ਜਾਂਦਾ ਤੇ ਉਦਾਸੀਆਂ ਨਾਲ ਈਰਖਾ ਕਰਦਾ ਹੋਵੇ, ਕੋਈ ਐਸਾ ਮਨੁੱਖ ਤੇ ਨਹੀਂ। ਗੁਰਬਾਣੀ ਹਰ ਇੱਕ ਮਨੁੱਖ ਨੂੰ ਹਰ ਇੱਕ ਦੀ ਪੱਖ ਦੁਬਿਧਾ ਦੇ ਵਿੱਚੋਂ ਕੱਢਦੀ ਹੈ। ਗੁਰਬਾਣੀ ਨੇ ਬੜੇ ਪ੍ਰਮਾਣ ਐਸੇ ਬਖਸ਼ਿਸ਼ ਕੀਤੇ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਜਦ ਇਹਨਾਂ ਨੂੰ ਫਿਰ ਇਹਨਾਂ ਨੇ ਪਹਿਲੇ ਤੇ ਰਾਮ ਮੰਥਨ ਜੀਆਂ ਨੂੰ ਗੁਰੂ ਧਾਰਨ ਕੀਤਾ, ਲਛਮਣ ਦਾਸ ਜੀਆਂ ਨੇ। ਫਿਰ ਉਸ ਤੋਂ ਬਾਅਦ ਜਦ ਰਾਮ ਮੰਥਨ ਜੀ ਹਾਰ ਗਏ ਤੇ ਇਹ ਗੁਰੂ ਜਿੱਤ ਗਏ ਨੇ, ਉਦਾਸੀਆਂ ਦੇ ਗੁਰੂ ਰਾਮਦਾਸ ਜੀ, ਤੇ ਫਿਰ ਇਹ ਉਦਾਸੀਆਂ ਦੇ ਗੁਰੂ ਰਾਮਦਾਸ ਜੀਆਂ ਨੂੰ ਇਹਨਾਂ ਨੇ ਆਪਣਾ ਗੁਰੂ ਧਾਰਨ ਕਰ ਲਿਆ ਸੀ। ਸੋ 11 ਸਾਲ ਦੀ ਉਮਰ ਦੇ ਵਿੱਚ ਲਛਮਣ ਦਾਸ ਜੀਆਂ ਨੂੰ ਇਹਨਾਂ ਦੀ ਮਾਤਾ ਧਾਰਮਿਕ ਅਸਥਾਨ 'ਤੇ ਛੱਡ ਗਈ ਸੀ ਕਿ ਇਸ ਦਾ ਕੋਈ ਨਾ ਕੋਈ ਇਲਾਜ ਕਰੋ ਕਿ ਸਾਡਾ ਬੱਚਾ ਚੁੱਪ ਕਿਉਂ ਹੈ। ਤੋ ਜਦੋਂ ਧਾਰਮਿਕ ਅਸਥਾਨ 'ਤੇ ਛੱਡਿਆ ਤੇ ਫਿਰ ਧਾਰਮਿਕ ਅਸਥਾਨਾਂ ਤੋਂ ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ, ਉਹ ਆਪਾਂ ਜਿਹੜਾ ਕੁਝ ਨਾ ਕੁਝ ਇਸ ਇਤਿਹਾਸ ਦੇ ਵਿੱਚ ਪਹਿਲੂ ਤੱਤ ਰਹਿ ਗਏ ਨੇ, ਉਹ ਆਪਾਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਿਛੋਕੜ ਜੀਵਨ ਦੇ ਤੱਤ ਰਹਿੰਦੇ ਨੇ ਜਿਹੜੇ, ਉਹ ਆਪਾਂ ਕੱਲ੍ਹ ਨੂੰ ਸਾਰੀ ਸੰਗਤ ਨਾਲ ਮਿਲ ਕੇ ਸਰਵਣ ਕਰ ਲਵਾਂਗੇ। ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਸਮੇਂ ਤੋਂ ਬਾਹਰ ਹੋ ਕੇ ਕੰਮ ਕਰਨਾ ਇਹ ਰਸ ਬੇਰਸਾ ਹੋ ਜਾਂਦਾ ਹੈ। ਕੁਦਰਤੀ ਗੱਲ ਹੈ, ਜਦੋਂ ਅਸੀਂ ਕਿਸੇ ਨੂੰ ਇੱਕ ਵਾਰੀ ਚੀਜ਼ ਨੂੰ ਕਿੰਨੀ ਮਰਜ਼ੀ ਚੰਗੀ ਨੂੰ ਸੁਣ ਲਈਏ, ਉਸ ਨੂੰ 10 ਮਿੰਟਾਂ ਬਾਅਦ ਫੇਰ ਸੁਣੀਏ, 20 ਮਿੰਟਾਂ ਬਾਅਦ ਫੇਰ ਸੁਣੀਏ, ਜਦ ਸੁਣਦੇ ਹੀ ਜਾਈਏ ਚੀਜ਼ ਚੰਗੀ ਬਹੁਤ ਹੁੰਦੀ ਹੈ ਪਰ ਉਹਦਾ ਰਸ ਘਟ ਜਾਂਦਾ ਹੈ। ਐਸੇ ਤਰ੍ਹਾਂ ਹੀ ਹੈ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੈ, ਜੇ ਟਾਈਮ ਦੇ ਪਾਬੰਦ ਰਹਾਂਗੇ ਤੇ ਉਹਦਾ ਪੂਰਾ ਰਸ ਹੈ, ਜੇ ਬੇਟਾਈਮਾ ਕੋਈ ਕੰਮ ਕਰਾਂਗੇ ਤੇ ਉਹਦੇ ਵਿੱਚ ਉਹਨਾਂ ਰਸ ਨਹੀਂ ਰਹਿੰਦਾ। ਸੋ ਇਸ ਕਰਕੇ ਆਪਾਂ ਸਮੇਂ ਦੇ ਪਾਬੰਦ ਰਹਿਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਸੰਗਤਾਂ ਕਿਰਪਾ ਕਰਦੀਆਂ ਨੇ। ਬਾਕੀ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਪਿਛੋਕੜ ਦਾ ਇਤਿਹਾਸ ਰਹਿੰਦਾ ਹੋਇਆ ਆਪਾਂ ਕੱਲ੍ਹ ਨੂੰ ਸਾਰੀਆਂ ਸੰਗਤਾਂ ਰਲ ਮਿਲ ਕੇ ਸਰਵਣ ਕਰ ਲਵਾਂਗੇ। ਅੱਜ ਸਮੇਂ ਦੀ ਸਮਾਪਤੀ ਇੱਥੇ ਹੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।